ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਅੱਜ ਸੋਮਵਾਰ ਹੈ ਜੀ ਅਤੇ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਆਪਣੇ ਨਾਲ ਡਾਕਟਰ ਸ਼ਿੰਦਰ ਕੌਰ ਹੋਰੀ ਜੁੜਦੇ ਹੁੰਦੇ ਨੇ। ਉਹਨਾਂ ਦੇ ਨਾਲ ਸਮਾਜ ਦੇ ਨਾਲ ਜੁੜੀਆਂ ਅਹਿਮ ਗੱਲਾਂ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਵੱਲੋਂ, ਜਿਹੜੇ ਲੋਕਲ ਏਰੀਆ ਜੋਬ ਦੇ ਲਈ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਸੋ ਹਮੇਸ਼ਾ ਹੀ ਅਸੀਂ ਧੰਨਵਾਦੀ ਹਾਂ ਸਾਡੇ ਸਪੋਂਸਰਸ ਦੇ, ਜਿਨ੍ਹਾਂ ਵੀਰਾਂ ਨੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕੀਤੀ ਹੈ। ਅਤੇ ਤੁਸੀਂ ਵੀ ਜੇਕਰ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ 9780141741 'ਤੇ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਡਾਕਟਰ ਸ਼ਿੰਦਰ ਕੌਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਵੀ ਨਿੱਘੀ ਫਤਿਹ। ਮੈਂ ਅੱਜ ਇੱਕ ਖਿਮਾ ਹੀ ਮੰਗ ਲਾਂ, ਵਿੱਚ ਗਲਾ ਗੁਲਾ ਖਰਾਬ ਹੋਇਆ ਕਿਉਂਕਿ ਉਹ ਵੂਮਨ ਡੇ ਕਾਰਨ ਅੱਜ ਬਹੁਤ ਜ਼ਿਆਦਾ ਟਾਕਸ ਸਨ, ਕੁਛ ਘੰਟੇ ਦੀਆਂ ਕੁਛ ਸਵੇ ਘੰਟੇ ਦੀਆਂ। ਸੋ ਜੇ ਕਿਤੇ ਵਿੱਚ ਗਲਾ ਜਵਾਬ ਦਿੱਤਾ ਹੋਇਆ ਮੈਂ ਪਹਿਲਾਂ ਹੀ ਖਿਮਾ ਮੰਗ ਲੈਣੀ। ਆਪਾਂ ਕੋਈ ਨਹੀਂ ਜੀ, ਕੋਈ ਗੱਲ ਨਹੀਂ, ਆਪਾਂ ਗੱਲ ਨਹੀਂ ਠੰਡੀ ਜੀ ਕਰਾਂਗੇ, ਆਰਾਮ ਜੇ ਨਾਲ ਹੀ ਕਰਾਂਗੇ, ਐਡੀ ਕੋਈ ਗੱਲ ਨਹੀਂ। ਨਹੀਂ, ਪਰ ਗੱਲ ਇਹ ਹੈ ਕਿ ਤੁਹਾਡੇ ਪ੍ਰੋਗਰਾਮ ਤੇ ਆਉਣ ਦਾ ਮਾਣ ਹੀ ਵੱਖ ਹੁੰਦਾ। ਤੁਹਾਡੇ ਸਰੋਤੇ ਵੀ ਇੰਨੇ ਪਿਆਰੇ, ਇੰਨੇ ਨਿੱਘ ਰੱਖਣ ਵਾਲੇ ਨੇ, ਉਹਨਾਂ ਵੱਲੋਂ ਜਿਸ ਤਰੀਕੇ ਦਾ ਹੁੰਗਾਰਾ ਮਿਲਦਾ ਉਹ ਕਿਸੇ ਨੂੰ ਵੀ ਬਦੋ ਬਦੀ ਇਸ ਵੱਲ ਖਿੱਚ ਲਿਆਉਂਦਾ ਕਿ ਨਹੀਂ ਜੀ ਹੋਰ ਕੋਈ ਹੋਵੇ ਨਾ ਹੋਵੇ, ਦਾਨੇਵਾਲ ਜੀ ਦਾ, ਦਾਨੇਵਾਲੀਆ ਜੀ ਦਾ ਪ੍ਰੋਗਰਾਮ ਜ਼ਰੂਰ ਕਰਨਾ। ਧੰਨਵਾਦ ਜੀ, ਧੰਨਵਾਦ। ਅੱਛਾ, ਮੈਂ ਗੱਲ ਕਰ ਰਿਹਾ ਸੀ, ਅੱਜ ਤੁਸੀਂ ਤਾਂ ਚਲੋ ਵੂਮੈਨਸ ਡੇ 'ਤੇ ਬਹੁਤ ਗੱਲਬਾਤ ਕਰ ਲਈ, ਵੂਮੈਨਸ ਡੇ ਦੇ ਉੱਤੇ ਅਸੀਂ ਕੱਲ੍ਹ ਸਵੇਰੇ ਗੱਲਬਾਤ ਕਰਾਂਗੇ। ਸਾਡੇ ਨਾਲ ਬੜੇ ਸੁਲਝੇ ਹੋਏ ਸਾਡੇ ਗੈਸਟ ਜੁੜਨਗੇ ਐਂਡ ਉਹ ਵੀ ਬੜੀ ਕੰਮ ਦੀ ਗੱਲ ਕਰਨਗੇ। ਪਰ ਮੈਂ ਇੱਕ ਸੋਚ ਰਿਹਾ, ਬਿਲਕੁਲ, ਪਰ ਮੈਂ ਇੱਕ ਪਹਿਲਾਂ ਹੀ ਵਿੱਚ ਟੋਕ ਰਹੀ ਹਾਂ, ਖਿਮਾ ਕਰਿਓ ਕਿ ਭਾਵੇਂ 5 ਮਿੰਟ ਦਾ ਸਮਾਂ ਦੇ ਦਿਓ ਮੈਨੂੰ, ਉਸ ਟਾਕ ਵਿੱਚ ਮੈਂ ਜ਼ਰੂਰ ਕੁਝ ਅਹਿਮ ਚੀਜ਼ਾਂ ਸਾਂਝੀਆਂ ਕਰਨੀਆਂ ਚਾਹਾਂਗੀ ਉਦੋਂ ਵੀ। ਜੀ ਜੀ, ਸੁਬਾਹ ਫਿਰ ਕਰਾਵਾਂਗੇ, ਜ਼ਰੂਰ ਕਰਾਵਾਂਗੇ। ਮੈਂ ਨਹੀਂ ਹੋਊਂਗਾ ਪਰ ਲੜਕੀ ਮਨੀਸ਼ਾ ਹੋਏਗੀ। ਸਵੇਰੇ 7:30 ਵਜੇ ਔਨ ਏਅਰ ਹੁੰਦੀ ਹੈ, ਤੁਹਾਨੂੰ 8 ਸਵਾ 8 ਵਜੇ ਉਹ ਜਿੰਨੇ ਵਜੇ ਕਹੋਗੇ ਮੈਂ ਕਹਿ ਦਿੰਦਾ ਜੀ। ਫਿਰ ਮੈਨੂੰ ਟਾਈਮ ਦੇ ਦਿਓ, ਔਨ ਏਅਰ ਹੀ ਟਾਈਮ ਦੇ ਦਿਓ, ਨਾਲੇ ਆਪਣੇ ਗੈਸਟ ਵੀ ਲਿਸਨਰ ਵੀ ਜੁੜ ਜਾਣਗੇ ਜੀ ਉਹਦਾ ਨੂੰ। ਜੀ ਜ਼ਰੂਰ, ਆਪਾਂ 8 ਵਜੇ ਜ਼ਰੂਰ ਥੋੜੇ ਜਿਹੇ ਭਾਵੇਂ 5-10 ਮਿੰਟ ਲਈ ਕੁਝ ਇੰਪੋਰਟੈਂਟ ਸੁਨੇਹੇ ਜ਼ਰੂਰ ਦੇਣਾ ਚਾਹੁੰਦੀ ਹਾਂ। ਸੋ ਜ਼ਰੂਰ ਜੀ, ਮੈਂ ਗੱਲ ਕਰ ਰਿਹਾ ਸੀਗਾ ਜੀ, ਮੈਂ ਸੋਸ਼ਲ ਮੀਡੀਆ ਦੇ ਉੱਤੇ ਚੱਲਿਆ। ਸੋਸ਼ਲ ਮੀਡੀਆ ਖਾਸ ਕਰਕੇ ਪਹਿਲਾਂ ਤਾਂ ਵੈਸੇ ਹੀ ਅਨੋਨਿਮਸ ਤਰੀਕੇ ਦੇ ਨਾਲ, ਜਿਵੇਂ ਯਾਹੂ ਮੈਸੇਂਜਰ ਆਇਆ, ਯਾਹੂ ਨੇ ਚੈਟ ਸ਼ੁਰੂ ਕੀਤੀ, ਉਹ ਆਈਡੀਜ਼ ਬਣਾਉਂਦੇ ਸੀ, ਰੀਅਲ ਨੇਮ ਨਹੀਂ ਹੁੰਦੇ ਸੀਗੇ। ਸੋ ਇੱਕ ਕੋਈ ਫੋਟੋਗ੍ਰਾਫ ਨਹੀਂ ਹੁੰਦੀ ਸੀ, ਕੁਛ ਨਹੀਂ ਸੀ। ਬਾਅਦ ਦੇ ਵਿੱਚ ਚਲੋ ਮੈਸੇਂਜਰ ਅਪਡੇਟ ਹੋਇਆ, ਪ੍ਰੋਫਾਈਲ ਫੋਟੋ ਲੱਗਣ ਲੱਗੀ। ਸੋਸ਼ਲ ਮੀਡੀਆ ਬਣਿਆ ਤਾਂ ਇੱਕ ਸੱਚ ਲਈ ਸੀ, ਦੂਰ ਦਰਾਡੇ ਬੈਠੇ ਦੁਨੀਆ ਨੂੰ ਇੱਕ ਮੰਚ 'ਤੇ ਲਿਆਉਣ ਦਾ ਸੀ। ਤੁਸੀਂ ਡਰਾਇੰਗ ਰੂਮ ਕਹਿੰਦੇ ਸੀਗੇ, ਸਾਡਾ ਡਰਾਇੰਗ ਰੂਮ ਹੈ, ਜਿਹੜੇ ਸਾਡਾ ਫਰੈਂਡ ਸਰਕਲ ਹੈ, ਉੱਥੋਂ ਹੀ ਮੈਂ ਕਹਿੰਦਾ ਝੂਠ ਸਪਾਣ, ਜਾਂ ਤਾਂ ਸੋਸ਼ਲ ਮੀਡੀਆ ਕਹਿ ਲਈਏ ਜਾਂ ਫਿਰ ਮੋਬਾਈਲ ਨੇ ਕਹਿ ਦਈਏ, ਇਨਸਾਨ ਨੂੰ ਝੂਠ ਬੋਲਣਾ ਬੜਾ ਸਿਖਾ ਦਿੱਤਾ। ਅਤੇ ਸੋਸ਼ਲ ਮੀਡੀਆ ਦੇ ਵਿੱਚ ਹੁਣ ਤਾਂ ਹਾਲਾਤ ਇਹ ਹੋ ਗਏ ਵੀ ਫੇਸਬੁੱਕ ਦੇ ਉੱਤੇ ਵੀ ਤੁਸੀਂ ਜਿੰਨੀਆਂ ਚਾਹੋ ਓਨੀਆਂ ਹੀ ਤੁਹਾਡੀਆਂ ਫੇਕ ਆਈਡੀਜ਼ ਬਣ ਜਾਂਦੀਆਂ ਨੇ। ਫੇਕ ਆਈਡੀਜ਼ ਵਾਲਿਆਂ ਨੂੰ ਫੇਕ ਆਈਡੀਆਂ ਲਈ ਟੱਕਰ ਲੱਗ ਪੈਂਦੇ ਆ, ਗਾਲਾਂ ਕੱਢਦੇ ਨੇ, ਹੋਰ ਕਰਦੇ ਨੇ। ਫਿਰ ਜਿੱਥੋਂ ਦੀ ਮਰਜ਼ੀ ਛੱਡੋ, ਫੇਕ ਖਬਰ ਲਾ ਦਿਓ, ਦੋਸ਼ ਆਟੋਮੈਟਿਕਲੀ। ਜੋ ਘਟਨਾ ਪਿਛਲੇ ਸਾਲ ਵਾਪਰੀ, ਜਦੋਂ ਇੱਕ ਘਟਨਾ ਵਾਪਰਦੀ ਉਹਦੇ ਨਾਲ ਸੰਬੰਧਿਤ, ਵੈਸੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਇਟ ਵਾਜ਼ ਅ ਜਰਨਲ ਨੌਲੇਜ, ਵੀ ਭਾਈ ਆਹ ਵੀ ਦੇਖ ਲਓ, ਇੱਥੇ ਆਹ ਵੀ ਕੁਛ ਹੋਇਆ ਸੀ। ਪਰ ਸਾਡੇ ਵਾਲੇ ਤਾਂ ਜੋੜ ਦਿੰਦੇ ਆ ਵੀ ਭਾਈ ਇੱਥੇ ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ, ਅਤੇ ਉਹਨੂੰ ਵੀ ਨਾਲ ਜੋੜ ਦਿੰਦੇ ਆ। ਇੱਕ ਫੇਕ ਮੀਡੀਆ ਬਣ ਗਿਆ। ਫਿਰ ਦੂਸਰਾ ਗੱਲ ਕਰ ਲਈਏ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ, ਜੇਕਰ ਗੱਲ ਕਰੀਏ, ਚੰਗਾ ਵੀ ਹੈ, ਪਰ ਖਾਸ ਕਰਕੇ ਜਿਹੜਾ ਆਪਾਂ ਗੱਲ ਕਰਦੇ ਨਾ ਯੰਗ ਪਾਪੂਲੇਸ਼ਨ ਦੇ ਉੱਤੇ, ਮੈਂ ਇੱਕ ਚੀਜ਼ ਬੜੀ ਸਮੇਂ ਤੋਂ ਨੋਟ ਕਰ ਰਿਹਾ, ਬੱਚਿਆਂ ਨਾਲੋਂ ਜਿਹੜੀ ਯੰਗ ਪਾਪੂਲੇਸ਼ਨ ਹੈ, 18 ਤੋਂ ਲੈ ਕੇ 30-35 ਸਾਲ ਦੀ ਜਿਹੜੀ ਜਨਰੇਸ਼ਨ ਹੈ, ਐਂਡ ਉਹ 30-35 ਸਾਲਾਂ ਦੀ ਜਨਰੇਸ਼ਨ ਉਹਨਾਂ ਨੂੰ ਗਿਣਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਰਹਿੰਦੇ ਨੇ, ਉਹਨਾਂ ਦੇ ਉੱਤੇ ਬੜਾ ਭਾਰੀ ਇਫੈਕਟ ਪਾ ਰਿਹਾ। ਜੀ ਬਿਲਕੁਲ, ਦਾਨੇਵਾਲੀਆ ਵੀਰ, ਅਸੀਂ ਆਮ ਤੌਰ ਤੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ, ਮੈਂ ਪਹਿਲਾਂ ਵੀ ਸਾਂਝਾ ਕੀਤਾ ਕਈ ਵਾਰ, ਅੱਜ ਫਿਰ ਰਿਪੀਟ ਕਰਦੇ ਹਾਂ ਕਿ ਹਮੇਸ਼ਾ ਹੀ ਖੋਜ ਆਧਾਰਿਤ ਗੱਲ ਕਰਦੇ ਹਾਂ, ਤਾਂ ਕਿ ਉਹ ਚੀਜ਼ ਜੋ ਕਿ ਕੁਛ ਲੱਖਾਂ ਉੱਤੇ ਜਾਂ ਹਜ਼ਾਰਾਂ ਉੱਤੇ, ਜਾਂ ਫਿਰ ਜਿਹੜੇ ਰਿਪੋਰਟ ਹੋ ਰਹੇ ਹੋਣ ਕੇਸ, ਉਹਨਾਂ ਦੀ ਮਾਨਸਿਕ ਸਟੱਡੀ ਤੇ ਕੁਛ ਕੁਐਸਚਨੇਅਰ ਦੇ ਆਧਾਰ ਉੱਤੇ ਜੋ ਚੀਜ਼ਾਂ ਲੱਭੀਆਂ ਜਾਂਦੀਆਂ ਨੇ, ਉਸੇ ਦੇ ਆਧਾਰ ਉੱਤੇ ਹੀ ਗੱਲ ਕਰਦੇ। ਇਸ ਤੋਂ ਇਲਾਵਾ ਹੋ ਸਕਦਾ ਇੰਟਰਨੈਟ ਤਾਂ ਹੁਣ ਆਪਾਂ ਗੱਲ ਹੀ ਕਰ ਚੁੱਕੇ ਹਾਂ ਕਿ ਬਥੇਰਾ ਸੱਚ ਝੂਠ ਭਰਿਆ ਹੁੰਦਾ, ਪਰ ਆਪਾਂ ਗੱਲ ਕਰਾਂਗੇ ਸਿਰਫ ਖੋਜ ਦੇ ਉੱਤੇ ਆਧਾਰਿਤ। ਜੀ, ਅਨੇਕ ਖੋਜਾਂ ਹੋ ਚੁੱਕੀਆਂ ਨੇ। ਜੇ ਅਸੀਂ ਸੋਸ਼ਲ ਮੀਡੀਆ ਦੇ ਨਾਲ ਮੈਂਟਲ ਹੈਲਥ ਨੂੰ ਜੋੜੀਏ ਤਾਂ ਇਸ ਵੇਲੇ ਜੋ ਕਿ ਡਿਪਰੈਸ਼ਨ 'ਚ ਵਾਧਾ ਹੋ ਰਿਹਾ ਹੋਵੇ,
ਜਿਸ ਤਰੀਕੇ ਦੀ ਘਬਰਾਹਟ ਸਾਡੇ ਯੂਥ ਵਿੱਚ ਦਿਖ ਰਹੀ ਹੈ, ਜਾਂ ਜਿਸ ਤਰੀਕੇ ਦੀ ਲੋਨਲੀਨੈਸ ਯਾਨੀ ਉਹਨਾਂ ਨੂੰ ਇਕੱਲਾਪਣ ਮਹਿਸੂਸ ਹੋਣ ਲੱਗ ਗਿਆ ਹੈ ਕਿ ਮੇਰਾ ਕੋਈ ਹੈ ਹੀ ਨਹੀਂ, ਜਦੋਂ ਮੈਂ ਲੋੜ ਤੇ ਬੁਲਾਇਆ ਕੋਈ ਆਇਆ ਹੀ ਨਹੀਂ, ਤੇ ਸਾਰਿਆਂ ਨੇ ਮੈਨੂੰ ਫੇਸਬੁੱਕਾਂ ਤੇ ਤਾਂ ਜ਼ਰੂਰ ਅੰਗੂਠੇ ਖੜੇ ਕਰਤੇ ਹੈ। ਬਸ ਬਿਲਕੁਲ ਜੀ। ਪਰ ਇਹ ਚੀਜ਼ਾਂ ਸ਼ਾਇਦ ਉਹਨਾਂ ਘਬਰਾਹਟ ਪੈਦਾ ਨਹੀਂ ਸੀ ਕਰਦੀਆਂ ਜਦੋਂ ਵੱਡੀ ਪੱਧਰ ਤੇ ਨਜ਼ਰ ਆਇਆ ਕਿ ਸੁਇਸਾਈਡਲ ਥਾਟਸ ਨੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ ਪੀੜ੍ਹੀ ਵਿੱਚ ਆਉਣ ਲੱਗ ਪਏ ਨੇ, ਜਿਨ੍ਹਾਂ ਸਦਕਾ ਇਹ ਸਟੱਡੀਜ਼ ਅਲੱਗ-ਅਲੱਗ ਮੁਲਕਾਂ ਵਿੱਚ ਅਲੱਗ-ਅਲੱਗ ਮੈਡੀਕਲ ਕਾਲਜਸ ਵਿੱਚ, ਖਾਸ ਕਰ ਜਿੱਥੇ ਪੀਡੀਆਟ੍ਰਿਸ਼ੀਅਨਸ ਤੇ ਸਾਈਕੈਟਰਿਸਟਸ ਜੁੜ ਕੇ ਉਹਨਾਂ ਨੇ ਖੋਲੀਆਂ, ਤਾਂ ਇਹ ਦੇਖਣ ਵਿੱਚ ਆਇਆ ਕਿ ਇਹਨਾਂ ਬੱਚਿਆਂ ਦੇ, ਖਾਸ ਕਰ ਜਿਹੜੀ ਇੱਕ ਜੈਕੁਲੀਨ ਸਪਰਲਿੰਗ ਡਾਕਟਰ ਸਨ ਜਿਨ੍ਹਾਂ ਨੇ ਮੈਕਲੀਨ ਹਸਪੀਟਲ ਦੇ ਵਿੱਚ ਜੋ ਇਹ ਸਟੱਡੀ ਕੀਤੀ, ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੰਨਾ ਜ਼ਿਆਦਾ ਅਡਿਕਸ਼ਨ ਹੋ ਗਈ ਸੀ ਸੋਸ਼ਲ ਮੀਡੀਆ ਦੀ ਕਿ ਇਹਨੂੰ ਬਿਮਾਰੀ ਦਾ ਨਾਮ ਦੇਣਾ ਪਿਆ। ਤੇ ਉਹ ਬਿਮਾਰੀ ਨਸ਼ੇ ਵਾਂਗ ਹੀ ਅਸਰ ਕਰਦੀ, ਜਿਹੜੀ ਕਿ ਨੀਂਦ ਨੂੰ ਡਿਸਰਪਟ ਕਰ ਰਹੀ ਸੀ, ਉਦੋਂ ਨੀਂਦਰ ਉੱਡ ਪੁੱਡ ਗਈ ਸੀ, ਉਦੋਂ ਉਹਦੇ ਨਾਲ ਮੈਮਰੀ ਲਾਸ ਤੱਕ ਹੋਣ ਲੱਗ ਗਿਆ, ਸਿਵੀਅਰ ਡਿਪਰੈਸ਼ਨ ਦਿਖਣ ਲੱਗਿਆ, ਕਿਉਂਕਿ ਲੋਕ ਕੀ ਕਰ ਰਹੇ ਸਨ, ਕੰਪੈਰੀਜ਼ਨ ਦਾ ਉਹ ਇੱਕ ਯੁੱਗ ਸ਼ੁਰੂ ਹੋ ਗਿਆ ਕਿ ਅੱਛਾ ਉਹਦੇ ਕੋਲ ਵੱਡੀ ਕਾਰ ਤਾਂ ਮੈਂ ਇੱਕ ਝੂਠ ਦੇ ਆਧਾਰ ਉੱਤੇ ਹੀ ਸਹੀ, ਪਰ ਮੈਂ ਕਿਸੇ ਹੋਰ ਦੀ ਖੜੀ BMW ਦੇ ਅੱਗੇ ਤਸਵੀਰ ਖਿਚਾ ਲਾਂ, ਫਲਾਣੀ ਆਡੀ ਦੇ ਉੱਤੇ ਹੱਥ ਰੱਖ ਕੇ ਖਿਚਾ ਲਾਂ, ਸੋਸ਼ਲ ਮੀਡੀਆ ਤੇ ਪਾ ਲਵਾਂ, ਯਾਨੀ ਆਪਣੇ ਆਪ ਨੂੰ ਝੂਠ ਦੇ ਆਧਾਰ ਉੱਤੇ ਅਗਾਂਹ ਵਧਿਆ ਦਿਖਾਉਣਾ ਤਾਂ ਕਿ ਮੈਨੂੰ ਸਿਰਫ ਇੱਕ ਅੰਗੂਠਾ ਉੱਤੇ ਦਿਸ ਜਾਵੇ। ਉਹ ਸਾਈਨ ਇਕੱਠੇ ਕਰਨ ਦੇ ਲਾਲਚ ਨੂੰ ਜੋ ਸ਼ੁਰੂ ਹੋਈ ਕੰਪੈਰੀਜ਼ਨ, ਉਹਦੇ ਵਿੱਚ ਹਾਲਾਤ ਇਹ ਹੋ ਗਏ ਕਿ ਵਿਆਹ ਦੇ ਵਾਸਤੇ ਵੀ ਲੋਕਾਂ ਨੇ ਆਪਣੀ ਗਰਲਫ੍ਰੈਂਡ, ਆਹ ਦੇਖੋ ਜੀ ਮੇਰੀ, ਮੈਂ ਬਦਲ ਕੇ ਅੱਜ ਦੂਜੀ ਲੈ ਲਈ, ਆ ਮੇਰਾ ਬॉयਫ੍ਰੈਂਡ ਦੇਖੋ ਜੀ, ਮੈਂ ਨਾਲ ਸ਼ਰਾਬ ਪੀ ਸਕਦੀ ਹਾਂ, ਮੈਂ ਆਹ ਕੱਪੜੇ, ਮੈਂ ਉਹ, ਯਾਨੀ ਇਸ ਤਰੀਕੇ ਦੀ ਅਜੀਬ ਕਿਸਮ ਦਾ ਕੰਪੈਰੀਜ਼ਨ ਸ਼ੁਰੂ ਕੀਤਾ ਕਿ ਬ੍ਰਿਟਿਸ਼ ਸਟੱਡੀ ਹੋਈ ਇੱਕ ਸੰਨ 2018 ਵਿੱਚ, ਉਹਨਾਂ ਨੇ ਕਿਹਾ ਕਿ ਵਿਆਹ ਟੁੱਟਣ ਦੇ ਆਧਾਰ ਤੇ ਬੇਟੀਆਂ ਦਾ ਮਿਸਯੂਜ਼ ਜਾਂ ਉਹਨਾਂ ਦਾ ਸਰੀਰਕ ਸ਼ੋਸ਼ਣ ਵਿੱਚ ਸੋਸ਼ਲ ਮੀਡੀਆ ਇਸ ਵੇਲੇ ਨੰਬਰ 1 ਰੋਲ ਅਦਾ ਕਰ ਰਿਹਾ ਹੈ ਜੀ। ਉਹਦੇ ਵਿੱਚ ਹੀ ਇੱਕ ਹੋਰ ਤੱਥ ਸਾਹਮਣੇ ਆਇਆ ਜਿਹਨੂੰ ਫੋਮੋ ਨਾਂ ਦਿੱਤਾ ਗਿਆ। ਫੋਮੋ ਮਤਲਬ ਫੀਅਰ ਆਫ ਮਿਸਿੰਗ ਆਊਟ, ਯਾਨੀ ਇਹ ਕੇਸ ਸਾਹਮਣੇ ਆਉਣ ਲੱਗੇ ਜਿਨ੍ਹਾਂ ਨੇ ਓਪਨਲੀ ਕਹਿਣਾ ਸ਼ੁਰੂ ਕੀਤਾ, ਭਾਈ ਮੈਂ ਸੁੱਤੇ ਉੱਠੇ ਇੱਕਦਮ ਇਹ ਦੇਖਣ ਦੀ ਲੋੜ ਪੈਂਦੀ ਹੈ ਕਿ ਕਿਤੇ ਕੁਛ ਮਿਸ ਤਾਂ ਨਹੀਂ ਹੋ ਗਿਆ, ਰਾਤ ਮੈਂ ਸੁੱਤਾ ਰਹਿ ਗਿਆ, ਕੀ ਕੁਛ ਲੰਘ ਗਿਆ, ਦੁਨੀਆ ਦੇ ਕਿਹੜੇ ਹਿੱਸੇ 'ਚ ਕੀ ਹੋ ਗਿਆ, ਮੈਂ ਕਿਹੜੀ ਚੀਜ਼ ਮਿਸ ਕਰ ਗਿਆ, ਤੇ ਮੈਂ ਕਿਤੇ ਪਿਛਾਂਹ ਨਾ ਰਹਿ ਜਾਵਾਂ, ਜਿਹੜੇ ਲੋਕੀ ਕਮੈਂਟਸ ਦੇ ਰਹੇ ਸਨ ਕਿਤੇ ਉਹਨਾਂ 'ਚ ਮੈਂ ਪਿੱਛੇ ਤਾਂ ਨਹੀਂ ਰਹਿ ਗਿਆ। ਸੋ ਇਹ ਜਿਹੜਾ ਫੋਮੋ ਹੋਇਆ ਦੇਖਿਆ ਗਿਆ, ਇਹੀ ਅਸਲ ਆਧਾਰ ਬਣ ਗਿਆ ਅੱਗੋਂ ਬਹੁਤ ਸਾਰੇ ਹੋਰ ਸਾਈਬਰ ਕ੍ਰਾਈਮਸ ਦਾ, ਸਾਈਬਰ ਬੁਲਿੰਗ ਦਾ ਤੇ ਧੋਖਾ ਦੇਣ ਦਾ, ਜਿਸ ਵਿੱਚ ਤੁਸੀਂ ਐਡਵਰਟਾਈਜ਼ਮੈਂਟਸ ਝੂਠੀਆਂ ਕੱਢ ਦੇਣੀਆਂ, ਤੁਸੀਂ ਰਿਲੇਸ਼ਨਸ ਝੂਠੇ ਬਣਾ ਕੇ ਦੇਣੇ, ਫਿਰ ਇਸੇ ਵਿੱਚ ਕਿਸੇ ਨੂੰ ਡੀਫੇਮ ਕਰਨਾ ਤੇ ਉਹਦੇ ਵਿੱਚੋਂ ਆਨੰਦ ਲੈਣਾ, ਯਾਨੀ ਉਹਦੇ ਇੱਕ ਤਰੀਕੇ ਤੁਸੀਂ ਕਹਿ ਲਓ ਕਿ ਦੂਸਰੇ ਨੂੰ ਧੋਖਾ ਦੇਣ ਲਈ ਜਾਂ ਕਿਸੇ ਧੋਖੇ ਨਾਲ ਕਿਸੇ ਦੀ ਤਸਵੀਰ ਖਿੱਚ ਲੈਣੀ, ਕਿਸੇ ਦੇ ਨਹਾਣ ਦੀ ਜਾਂ ਕੁਛ। ਸੋ ਉਸ ਤਰੀਕੇ ਬਲੈਕਮੇਲਿੰਗ ਜੋ ਸ਼ੁਰੂ ਹੋਈ ਵੱਡੇ ਤਗੜੇ ਤਰੀਕੇ, ਜਾਂ ਬੈਂਕ ਫਰਾਡਸ ਇਸੇ ਤਰ੍ਹਾਂ ਸਾਹਮਣੇ ਆਣੇ ਸ਼ੁਰੂ ਹੋਏ ਜੋ ਫੇਕ ਆਈਡੀਜ਼ ਰਾਹੀਂ ਤੁਸੀਂ ਦੱਸ ਹੀ ਚੁੱਕੇ ਹੋ। ਫਿਰ ਇੱਕ ਹੋਰ ਚੀਜ਼ ਨਜ਼ਰੀ ਪਈ ਕਿ ਸਕੂਲ ਟਾਈਮ ਬੱਚੇ ਦਾ ਆਲਮੋਸਟ ਉਹਦਾ 80% ਟਾਈਮ ਸੋਸ਼ਲ ਮੀਡੀਆ ਖੋ ਰਿਹਾ ਜੀ। ਹੁਣ ਉਸ ਉਮਰ ਵਿੱਚ ਜਿਹੜੀ ਸਭ ਤੋਂ ਵੱਡਾ ਜੋ ਸਾਨੂੰ ਧੱਕਾ ਲੱਗਿਆ ਪੀਡੀਆਟ੍ਰਿਸ਼ੀਅਨਸ ਨੂੰ, ਉਹ ਇਹ ਸੀ ਕਿ ਵਿਸ਼ਵ ਭਰ ਦੇ ਪੀਡੀਆਟ੍ਰਿਸ਼ੀਅਨਸ ਦੀ ਜਦੋਂ ਸਾਡੀਆਂ ਇੰਟਰਨੈਸ਼ਨਲ ਮੀਟਸ ਹੁੰਦੀਆਂ ਨੇ, ਉੱਥੇ ਇਹ ਸਾਹਮਣੇ ਆਈ ਗੱਲ ਕਿ ਭਾਈ ਜ਼ਰਾ ਇੱਕ ਵਾਰਨਿੰਗ ਵਜੋਂ ਪੇਰੈਂਟਸ ਨੂੰ ਦੱਸੋ ਕਿ ਇਹ ਜਿਹੜਾ ਪੋਰਨ ਸਾਈਟਸ ਸਾਡਾ ਯੂਥ ਛੋਟੀ ਉਮਰ ਦਾ 7ਵੀਂ ਜਮਾਤ 'ਚ ਪੜ੍ਹਦਾ, 6ਵੀਂ ਜਮਾਤ 'ਚ ਪੜ੍ਹਦਾ, ਜੋ ਅਡਿਕਸ਼ਨ ਪੋਰਨ ਨਾਲ ਇਹਨਾਂ ਦੀ ਹੋ ਰਹੀ ਹੈ, ਉਸੇ ਕਾਰਨ
ਜੋ ਇਹ ਖਬਰਾਂ ਆ ਰਹੀਆਂ ਨੇ ਕਿ 6ਵੀਂ ਦੇ ਬੱਚੇ ਨੇ 4ਥੀ ਦੀ ਕੁੜੀ ਨੂੰ ਇਹ ਕਰਨ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਐਡਵਾਂਸ ਕਰ ਰਹੇ ਹਾਂ ਉਹਨਾਂ ਦੀ ਉਸ ਮੈਂਟਲ ਸਟੇਟ ਨੂੰ ਜਿਹੜਾ ਫਿਜ਼ੀਕਲ ਰਿਲੇਸ਼ਨਸ ਨੂੰ ਵਧਾਉਣ ਲੱਗ ਪਿਆ, ਉਹਨਾਂ ਦਾ ਮੈਂਟਲ ਮੇਕਅਪ ਖਰਾਬ ਹੋਣਾ ਸ਼ੁਰੂ ਹੋਇਆ ਜੀ। ਸੋ ਇਸ ਚੀਜ਼ ਨੂੰ ਜੇ ਨਾ ਰੋਕਿਆ ਗਿਆ ਤਾਂ ਅਸੀਂ ਵਿਗੜੀ ਹੋਈ ਸੋਚ ਵਾਲਾ ਅੱਗੇ ਆਉਣ ਵਾਲਾ ਸਮਾਜ ਬਣਾ ਦਿਆਂਗੇ, ਜਿੱਥੇ ਯੂਥ ਇੱਕੋ ਹੀ ਵਨ ਟਰੈਕ ਮਾਈਂਡ ਨਾਲ ਤੁਰੇਗਾ। ਜੀ ਮੇਰਾ ਕੋਈ ਏਮ ਨਹੀਂ ਹੈ, ਪਰ ਮੈਂ ਜਿੱਥੇ ਵੀ ਕੋਈ ਔਰਤ ਦੇਖਣੀ ਹੈ ਮੈਂ ਚੱਬ ਲੈਣੀ ਹੈ। ਇਸ ਸੋਚ ਤੋਂ ਕਿਵੇਂ ਬਚਾਂਗੇ? ਜਿੱਥੇ ਤੁਸੀਂ ਸਮੂਹਕ ਬਲਾਤਕਾਰ ਹੋਣੇ ਵੇਖੋਗੇ ਤੇ ਉਹ ਸਾਡੇ ਸਾਹਮਣੇ ਉਹ ਸਟੇਜ ਆ ਚੁੱਕੀ ਹੈ ਜਿੱਥੇ ਨਾਬਾਲਗ ਬੇਟੀਆਂ ਦੇ ਅਸੀਂ ਇਹ ਚੀਜ਼ਾਂ ਦੇਖਣ ਲੱਗ ਗਏ ਹਾਂ। ਫਿਰ ਇੱਕ ਹੋਰ ਵਾਰਨਿੰਗ ਦਿੱਤੀ ਗਈ ਜੀ, ਉਹ ਸੀ ਕਿ ਇਹਨਾਂ ਦੀ ਸਿਰਫ ਇੱਕ ਸੋਸ਼ਲ ਨੈਟਵਰਕਿੰਗ ਦੀ ਐਡਿਕਸ਼ਨ ਨਹੀਂ ਬਲਕਿ ਡਰੱਗ ਐਡਿਕਸ਼ਨ ਸ਼ੁਰੂ ਹੋ ਗਈ। ਉਹ ਹੁਣ ਕਿਵੇਂ ਹੋ ਸਕਦੀ ਹੈ ਸਾਨੂੰ ਸਮਝ ਨਹੀਂ ਆਈ, ਪਰ ਉਹ ਵੀ ਕਮਾਲ ਹੋਈ। ਉਹਨਾਂ ਨੇ ਦੱਸਿਆ ਕਿ ਕੇਸਿਸ ਅਜਿਹੇ ਆ ਰਹੇ ਨੇ। ਭਾਜੀ ਖਿਮਾ ਕਰਿਓ, ਮੈਂ ਸਾਰੇ ਮੈਥਡਸ ਨਹੀਂ ਦੱਸਾਂਗੀ ਕਿਉਂਕਿ ਇਹ ਪ੍ਰੋਗਰਾਮ ਬਹੁਤ ਵਾਈਡਲੀ ਦੇਖਿਆ ਜਾਂਦਾ ਹੈ। ਜਿਹੜੇ ਬੱਚੇ ਨਹੀਂ ਕਰ ਰਹੇ ਉਹ ਨਾ ਉਸ ਪਾਸੇ ਤੁਰ ਜਾਣ। ਸੋ ਮੈਂ ਸਿਰਫ ਇੱਕ ਹੀ ਐਗਜ਼ਾਮਪਲ ਦਵਾਂਗੀ ਕਿ ਇਹਨਾਂ ਵਿੱਚ ਅੱਜ ਕੱਲ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤਰੰਗਾਂ ਵਿਕਦੀਆਂ ਨੇ ਜੀ। ਹੁਣ ਇਹ ਸੋਸ਼ਲ ਮੀਡੀਆ ਤੇ ਬੈਠਾ ਬੱਚਾ ਜੋ ਤੁਹਾਨੂੰ ਤਾਂ ਦਿਸੇਗਾ ਕਿ ਪੜ੍ਹ ਰਿਹਾ ਕੰਟੀਨਿਊਸ ਬੈਠਦਾ ਜੀ, ਤਾਂ ਬਹੁਤ ਜ਼ਿਆਦਾ ਪੜ੍ਹਾਈ ਕਰਦਾ ਹੈ। ਬੈਠਿਆ ਵੀ ਐਨ ਸੈਂਟਰ ਵਿੱਚ ਹੈ ਜਿੱਥੇ ਸਾਰੇ ਦੇ ਲੰਘਦੇ ਤੁਰਦੇ ਦੇਖ ਰਹੇ ਨੇ ਤੇ ਬੜਾ ਧਿਆਨ ਨਾਲ ਕੰਮ ਕਰ ਰਿਹਾ, ਪਰ ਐਕਚੁਅਲੀ ਉਹ ਵੇਵਜ਼ ਫੀਲ ਕਰਦਾ ਹੈ ਜੋ ਕਿ ਉੱਥੋਂ ਪਹਿਲਾਂ ਫ੍ਰੀ ਆਫ ਕਾਸਟ ਆਉਂਦੀਆਂ ਨੇ, ਫਿਰ ਉਹਦੇ ਚਾਰਜਸ ਸ਼ੁਰੂ ਹੋ ਜਾਂਦੇ ਨੇ। ਉਹ ਤਰੰਗਾਂ ਦਿਮਾਗ ਦੇ ਉਸ ਹਿੱਸੇ ਨੂੰ ਸਟਿਮੂਲੇਟ ਕਰਦੀਆਂ ਜਿਸ ਦੇ ਥਾਂ ਤੇ ਡਰੱਗ ਨੇ ਵੀ ਅਸਰ ਕਰਨਾ ਹੁੰਦਾ, ਉਹਨੂੰ ਆਦੀ ਬਣਾ ਦਿੰਦੀਆਂ ਨੇ। ਉਹ ਹੌਲੀ ਹੌਲੀ ਫਿਰ ਦੱਸਿਆ ਜਾਂਦਾ ਉਹਨੂੰ ਵੀ ਜਿਹਦੇ ਨਾਲ ਤੂੰ ਕੰਪਿਊਟਰ ਦੀ ਅਗਲੀ ਸਾਫ਼ ਕਰਨਾ ਕੁਛ ਵੀ ਏਰੀਆ, ਉਹ ਕੰਪਿਊਟਰ ਦੀ ਉਹ ਕਲੀਨਿੰਗ ਸੋਲਿਊਸ਼ਨ ਨੂੰ ਟੇਸਟ ਕਰਕੇ ਦੇਖ। ਸੋ ਉਹ ਚੀਜ਼ ਹੌਲੀ ਹੌਲੀ ਉਹਨੂੰ ਐਡਿਕਸ਼ਨ ਤੋਂ ਵੱਧਦਾ ਕਿਵੇਂ ਹੋਰ ਕਈ ਤਰੀਕੇ ਦੇ ਨਸ਼ੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰਾਂਗੀ ਤਾਂ ਕਿ ਉਸ ਪਾਸੇ ਨੂੰ ਬੱਚੇ ਤੁਰ ਨਾ ਜਾਣ ਜਿਹੜੇ ਸੁਣਦੇ ਨੇ। ਪਰ ਇਹੋ ਜਿਹੇ 12 ਕਿਸਮ ਦੇ ਸਾਨੂੰ ਸੋਸ਼ਲ ਮੀਡੀਆ ਤੋਂ ਪਰੋਸੇ ਜਾਂਦੇ ਨਸ਼ੇ ਸਾਡੇ ਛੋਟੇ ਬੱਚਿਆਂ ਲਈ, ਨਾਬਾਲਗ ਬੱਚਿਆਂ ਲਈ ਅਵੇਲੇਬਲ ਨੇ, ਜਿਹੜੇ ਕਿ ਹੌਲੀ ਹੌਲੀ ਐਕਚੁਅਲ ਡਰੱਗ ਐਡਿਕਸ਼ਨ ਹੈਰੋਇਨ ਵੱਲ ਨੂੰ ਬੱਚੇ ਨੂੰ ਤੋਰ ਦਿੰਦੇ ਨੇ ਕਿਉਂਕਿ ਉਹ ਇੰਨਾ ਐਡਿਕਟ ਹੋ ਜਾਂਦਾ ਕਿ ਉਹਨੂੰ ਲੋੜ ਮਹਿਸੂਸ ਹੋਣ ਲੱਗ ਜਾਂਦੀ ਜੇ। ਜੀ ਜੀ ਮੈਂ ਇਹੀ ਗੱਲ ਕਰਨੀ ਤਾਂ ਬੱਚੇ ਤਾਂ ਮੈਂ ਕਹਿੰਦੀ ਬੱਚਿਆਂ ਨੂੰ ਤਾਂ ਉਹ ਇੱਕ ਗੇਮ ਜੀ ਨਹੀਂ ਆਉਂਦੀ, ਕੀ ਹੈਗੀ ਆ ਉਹਦਾ ਨਾਂ, ਪਬਜੀ ਨੇ ਪਾਗਲ ਕਰ ਰੱਖੇ ਨੇ ਜੀ। ਦੱਸੋ, ਬਸ ਸਿਆਣੇ ਬੈਣੇ ਵੀ ਦੇਖੋ ਖੇਡੀ ਜਾਂਦੇ, ਉਹ ਵੀ ਤਾਂ ਇੱਕ ਆਨਲਾਈਨ, ਆਪਾਂ ਸੋਸ਼ਲ ਮੀਡੀਆ ਨੂੰ ਛੱਡ ਕੇ ਥੋੜਾ ਜਿਹਾ ਆਨਲਾਈਨ ਤੇ ਵੀ ਇਹਨੂੰ ਨਾਲ ਹੀ ਕੰਪੇਅਰ ਕਰ ਲਈਏ ਬਿਕੋਜ਼ ਐਵਰੀਥਿੰਗ ਇਜ਼ ਔਨ ਦਾ ਇੰਟਰਨੈਟ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਹੋ ਜਿਹੀਆਂ ਅਨੇਕ ਗੇਮਸ ਨੇ ਜੋ ਖਤਰਨਾਕ ਨੇ, ਜਾਨਲੇਵਾ ਸਾਬਤ ਹੋ ਰਹੀਆਂ ਨੇ। ਉਹਨਾਂ ਨਾਲ ਇੱਕ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਨੇ ਵੀ ਖੋਜ ਸਾਹਮਣੇ ਰੱਖੀ ਸੀ ਜਿਸ ਵਿੱਚ ਉਹਨਾਂ ਨੇ ਸੈਲਫੀਜ਼ ਪੋਸਟ ਕਰਨ ਨੂੰ ਵੀ ਇੱਕ ਬਿਮਾਰੀ ਦਾ ਨਾਮ ਦੇ ਦਿੱਤਾ। ਬਿਲਕੁਲ ਬਿਲਕੁਲ ਹੈ ਹੀ ਬਿਮਾਰੀ। ਵੈਸੇ ਉਹ ਕੰਮ ਕਿਤੇ ਹੋਰ ਖੜੇ ਤੁਸੀਂ ਹਰੇਕ ਤਾਂ ਹੀ ਸੈਲਫੀਆਂ ਖਿੱਚੀ ਜਾਂਦੇ ਹੋ। ਹੁਣ ਉਹਦੇ ਵਿੱਚ ਲੱਭੇ ਗਏ ਕੁਝ ਕੇਸ ਜਿਨ੍ਹਾਂ ਨੂੰ ਰੋਜ਼ ਦੇ 250 ਤੋਂ 400 ਸੈਲਫੀਜ਼ ਪੋਸਟ ਕਰਨ ਦਾ ਝੱਸ ਪੈ ਗਿਆ ਹੋਇਆ ਸੀ। ਉਹਦੇ ਵਿੱਚ ਕਈ ਵਾਰ ਇੰਨੀਆਂ ਕੁ ਔਕਵਰਡ ਥਾਵਾਂ ਤੇ ਕਿ ਪਹਾੜ ਦੇ ਸਿਰੇ ਤੇ ਸਾਹਮਣੇ ਮਗਰਮੱਛ ਦੇਖਦੇ ਹੋਏ, ਸ਼ੇਰ ਦੇਖਦੇ ਹੋਏ, ਯਾਨੀ ਇਹੋ ਜਿਹੇ ਫੁਲਿਸ਼ ਥਾਵਾਂ ਤੇ ਸੈਲਫੀਜ਼ ਖਿੱਚਣ ਦੀ ਕੋਸ਼ਿਸ਼ ਕੀਤੀ। ਇੱਕ ਆਪਣੇ ਆਇਆ ਜੀ ਸੈਂਟਰਲ ਇੰਡੀਆ 'ਚ ਕੋਈ ਡੈਮ ਹੈ ਮਹਾਰਾਸ਼ਟਰ ਦੇ ਵਿੱਚ ਕਿਤੇ, ਉਹਦੇ ਉੱਪਰ ਖੜ ਕੇ ਬੰਦਾ ਇੱਕ ਸਿਆਣਾ ਬੈਣਾ ਬੰਦਾ ਉਹ ਆਪਦੀ ਵੀਡੀਓ ਬਣਾ ਰਹੇ, ਸੈਲਫੀ ਬਣਾ ਰਹੇ ਤੇ ਵਿੱਚ ਡਿੱਗ ਪਏ ਜੀ। ਬਿਲਕੁਲ, ਇਹਦੇ ਤੇ ਇਸ ਵੇਲੇ ਤੱਕ ਕਈ ਹਜ਼ਾਰਾਂ ਡੈਥਸ ਹੋ ਚੁੱਕੀਆਂ ਨੇ ਇਸ ਤਰੀਕੇ ਦੀਆਂ ਖਤਰਨਾਕ ਸੈਲਫੀਜ਼ ਵਿੱਚ, ਜਿਹਦੇ ਵਿੱਚ ਇਸ ਨੂੰ ਤਾਂ ਹੀ ਇਹਨਾਂ ਸੈਲਫੀਜ਼ ਦੀ ਇੱਕ ਬਿਮਾਰੀ ਦਾ ਨਾਮ ਦਿੱਤਾ ਗਿਆ ਕਿ ਤੁਹਾਨੂੰ ਜੇ ਰੋਜ਼ ਕਸਕ ਮਹਿਸੂਸ ਹੁੰਦੀ ਹੈ ਕਿ ਮੈਂ ਅਪਲੋਡ ਕਰਨਾ, ਉਹ ਈਵਨ ਕੁਐਸਚਨੇਅਰ ਹੁਣ ਬਣਾ ਦਿੱਤਾ ਗਿਆ ਕਿ ਤੁਸੀਂ ਆਪਣੇ ਆਪ ਜੱਜ ਕਰ ਸਕਦੇ ਹੋ ਕਿ ਤੁਸੀਂ ਸਟੇਜ 1 ਐਡਿਕਸ਼ਨ ਤੇ ਹੋ, ਸਟੇਜ 2 ਐਡਿਕਸ਼ਨ ਤੇ ਹੋ, ਸਟੇਜ 3 ਤੇ ਹੋ, ਤੇ ਸਟੇਜ 5 ਤੇ ਜਿਹੜਾ ਪਹੁੰਚ ਗਿਆ ਹੋਇਆ ਉਹ ਮਾਨਸਿਕ ਰੋਗੀ ਬਣ ਜਾਂਦਾ। ਇਹ ਪਤਾ ਕਿਵੇਂ ਲੱਗਦਾ ਜੀ? ਸ਼ੂਗਰ ਦਾ ਤਾਂ ਪਤਾ ਲੱਗ ਜਾਂਦਾ, ਚਲੋ ਬਲੱਡ ਲੈ ਲਿਆ, ਇਹਦਾ ਕਿਵੇਂ ਪਤਾ ਲੱਗੂਗਾ ਸਟੇਜ 1 ਸਟੇਜ 2?
ਜੀ ਬਿਲਕੁਲ, ਉਹਦਾ ਕੁਐਸਚਨੇਅਰ ਹੈ ਉਹ, ਜਿਸ ਵਿੱਚ ਤੁਸੀਂ ਅੰਡਰ ਗ੍ਰੈਜੂਏਟ ਸਟੂਡੈਂਟਸ ਨੂੰ ਵੀ ਤੇ ਹੋਰ ਵੀ, ਉਹਦੇ ਵਿੱਚ ਕੁਝ ਇਹ ਹੈ ਕਿ ਕੀ ਮੈਂ ਰਾਤ ਸੌਣ ਤੋਂ ਪਹਿਲਾਂ ਅੱਧਾ ਘੰਟਾ ਘੱਟੋ ਘੱਟ ਕੀ ਮੈਂ ਆਪਣਾ ਮੋਬਾਈਲ ਪਰਾਂ ਰੱਖ ਸਕਦਾ, ਵੀ ਖਾਸ ਤੌਰ ਤੇ ਜੀ ਸੋਸ਼ਲ ਨੈਟਵਰਕਿੰਗ ਤੋਂ ਪਰਾਂ ਹੋ ਸਕਦਾ ਜਾਂ ਨਹੀਂ। ਹੂੰ ਫਿਰ ਇੱਕ ਮੇਜਰ ਕੁਐਸਚਨ ਹੈ ਕਿ ਸੁੱਤੇ ਉੱਠੇ ਮੈਂ ਸਿੱਧਾ ਹੱਥ ਮੋਬਾਈਲ ਤੇ ਪਾ ਕੇ ਤਾਂ ਨਹੀਂ ਦੇਖਣਾ ਚਾਹੁੰਦਾ ਵੀ ਜੀ ਕਿਹੜੀ ਮੈਸੇਜਿੰਗ ਰਾਤ ਦੀ ਲੰਘ ਗਈ। ਜਿਵੇਂ ਮੈਂ ਦੱਸਿਆ ਸੀ ਕਿ ਫੋਮੋ ਹੋ ਜਾਂਦਾ ਸਾਨੂੰ, ਫੀਅਰ ਆਫ ਮਿਸਿੰਗ ਆਊਟ, ਜਿਸ ਨੂੰ ਅਸੀਂ ਸਟੇਜ 2 ਗਿਣਦੇ ਆ। ਸੋ ਜੀ ਸਟੇਜ 1 ਨੇ ਕਿ ਕੀ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਮੈਂ ਛੱਡ ਸਕਦਾ, ਕਿ ਖਾਣਾ ਖਾਣ ਲੱਗਿਆ ਮੈਂ ਮੋਬਾਈਲ ਪਰਾਂ ਰੱਖ ਦਿੰਨਾ। ਜੀ ਅਸੀਂ ਸਾਰਾ ਦਿਨ ਘਰ ਦੇ ਵਿੱਚ ਜਦੋਂ ਹੁੰਨੇ ਆ, ਉਦੋਂ ਕੋਈ ਅਜਿਹਾ ਟਾਈਮ ਜਿੱਥੇ ਅਸੀਂ 1 ਘੰਟਾ ਆਪੋ ਵਿੱਚ ਗੱਲਬਾਤ ਕਰਦੇ ਆ ਤੇ ਉਸ ਦੌਰਾਨ ਸਾਡੇ 'ਚ 2 ਜਣੇ ਆ ਜਾਂ 4 ਜਣੇ ਆ, ਇੱਕ ਵੀ ਜਣਾ ਫੋਨ ਅਟੈਂਡ ਨਹੀਂ ਕਰਦਾ। ਜੇ ਨਹੀਂ ਇਹ ਚੀਜ਼ਾਂ ਵਿੱਚ ਫਿੱਟ ਤੇ ਅਸੀਂ ਆਲਰੇਡੀ ਵੀ ਆਰ ਇਨ ਸਟੇਜ 1, ਜਿਹਦੇ 'ਚ ਮੈਂ ਕੋਈ ਇਹਦੇ 'ਚ ਦੋ ਰਾਏ ਨਹੀਂ ਕਿ ਸ਼ਾਇਦ ਸਾਡੇ 99.5% ਹੋਣਗੇ ਜੀ ਜਿਹੜੇ ਸਟੇਜ 1 ਆਲਰੇਡੀ ਹੈਗੇ ਨੇ। ਜੀ ਇਹਨੂੰ ਬਿਮਾਰੀ ਨਹੀਂ ਅਜੇ ਗਿਣਿਆ ਜਾਂਦਾ, ਇਹਨੂੰ ਐਡਿਕਸ਼ਨ ਦੀ ਸਟੇਜ 1 ਗਿਣਿਆ ਜਾਂਦਾ। ਪਰ ਸਟੇਜ 2 ਵਿੱਚ ਆ ਜਾਂਦਾ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇਹ ਚੀਜ਼ ਕਿ ਫੀਅਰ ਆਫ ਮਿਸਿੰਗ ਆਊਟ ਤੋਂ ਬਾਅਦ ਤੁਸੀਂ ਗਿਣਨ ਲੱਗ ਪਵੋ ਕਿ ਕਿੰਨੇ ਮੈਨੂੰ ਅੰਗੂਠੇ ਅਪ ਦਿਸੇ, ਕਿੰਨੇ ਡਾਊਨ ਦਿਸੇ, ਜੀ ਤੇ ਕੀ ਤੁਹਾਨੂੰ ਉਸ ਤੋਂ ਬਾਅਦ ਧੜਕਣ ਵਧੀ ਦਿਸਦੀ ਹੈ। ਜਿਵੇਂ ਪੈਨਿਕ ਅਟੈਕ ਵਾਂਗ ਤੁਹਾਨੂੰ ਕੁਝ ਪਸੀਨਾ ਜਿਹਾ ਆ ਜਾਏ, ਘਬਰਾਹਟ ਹੋ ਜਾਏ ਤੇ ਤੁਹਾਨੂੰ ਬਦੋ-ਬਦੀ ਉਕਸਾਏ ਮਨ ਕਿ ਮੈਂ ਇਹਦਾ ਜਵਾਬ ਦੇਣਾ, ਇਹਦੀ ਜ਼ਰੂਰਤ ਕਿਵੇਂ ਹੋਈ ਇਸ ਤਰ੍ਹਾਂ ਦਾ ਲਿਖਣ ਦੀ, ਇਹਨੇ ਥੱਲੇ ਕਿਉਂ ਅੰਗੂਠਾ ਕੀਤਾ, ਜਾਂ ਆਪਣੇ ਆਪ ਨੂੰ ਸ਼ੋਅ ਕਰਨ ਲੱਗ ਜਾਣਾ, ਵੇਖੋ ਮੇਰੇ ਇੰਨੇ ਫਾਲੋਅਰਸ ਨੇ, ਵੇਖੋ। ਯਾਨੀ ਉਹ ਤੁਸੀਂ ਆਪਣੇ ਆਪ ਨੂੰ ਉਸ ਈਗੋ ਦੇ ਗੁਬਾਰ ਵਿੱਚ ਸ਼ਾਮਲ ਕਰ ਲੈਂਦੇ ਹੋ, ਜੋ ਕਿ ਸਟੇਜ 2 ਵਿੱਚ ਤੁਹਾਨੂੰ ਲਿਜਾ ਚੁੱਕਿਆ ਹੈ। ਜੀ ਹੁਣ ਇਸੇ ਸਟੇਜ ਵਿੱਚ ਹੀ ਅਸੀਂ ਯੂਜ਼ ਕਿਵੇਂ ਲੋਕਾਂ ਨੂੰ ਇਹ ਕਰਦੇ ਨੇ, ਜਾਣਦੇ ਬੁੱਝਦੇ ਕਿ ਇਹ ਬੰਦਾ ਐਡਿਕਸ਼ਨ ਦੀ ਸਟੇਜ 2 'ਚ ਹੈ। ਜੀ ਸਟੇਜ ਜਿੱਥੇ ਸੋਚਣ ਸਮਝਣ ਦੀ ਸ਼ਕਤੀ ਰਤਕ ਘਟ ਜਾਂਦੀ ਏ, ਕਿਉਂਕਿ ਤੁਸੀਂ ਰਿਟੈਲੀਏਟ ਇਮੀਡੀਏਟਲੀ ਕਰਦੇ ਹੋ। ਉਹ ਯੂਜ਼ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਭੜਕਾਉਂਦੇ ਹੋ, ਝੂਠੀਆਂ ਯਾਨੀ ਇਹੋ ਜੀਆਂ ਕੋਈ ਵੀਡੀਓਜ਼ ਪਾ ਕੇ, ਆਹ ਦੇਖੋ ਇੱਥੇ ਕੁੜੀ ਨੂੰ ਮਾਰ-ਮਾਰ ਬੁਰਾ ਹਾਲ ਕਰ ਦਿੱਤਾ, ਤਾਂ ਉਹ ਆਹ ਫਲਾਣੀ ਜਾਤ ਨਾਲ ਸੀ, ਫਲਾਣੇ ਧਰਮ ਨਾਲ ਸੀ, ਤਾਂ ਉਹ ਭੜਕਾ ਕੇ ਰਾਇਟਸ ਤੱਕ ਲੈ ਜਾਣਾ। ਉਹ ਸਟੇਜ 2 ਵਾਲਿਆਂ ਨੂੰ ਉਸ ਪਾਸੇ ਧੱਕਣ ਲਈ ਹੁੰਦਾ ਕਿ ਇਹ ਦਬਾ-ਦਬ ਸ਼ੇਅਰ ਕਰਨਗੇ, ਉਹ ਸਾਡੇ ਧਰਮ ਤੇ ਖਤਰਾ ਹੋ ਗਿਆ, ਸਾਡੀ ਜਾਤ ਤੇ ਖਤਰਾ ਹੋ ਗਿਆ, ਆਹ ਬੰਦੇ ਨੂੰ ਇੰਜ ਕੀਤਾ। ਯਾਨੀ ਉਹ ਹੈ ਸਟੇਜ ਜਿਹੜੀ ਨਾਰਮਲ ਲਾਈਫ ਨੂੰ ਡਿਸਰਪਟ ਕਰਦੀ ਏ, ਤੁਹਾਨੂੰ ਬਦੋ-ਬਦੀ ਕੁਛ ਕਰਨ ਲਈ ਉਕਸਾਉਂਦੀ ਹੈ, ਜਿੱਥੇ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਪਿਛਾਂ ਰਹਿ ਜਾਂਦੀ ਹੈ। ਸਟੇਜ 3 ਤੇ ਆਉਂਦਾ ਜੇ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੇਰੀ ਯਾਦਦਾਸ਼ਤ ਵੀ ਕਮਜ਼ੋਰ ਹੋਣ ਲੱਗ ਗਈ, ਮੇਰੀ ਨੀਂਦਰ ਵੀ ਪੂਰੀ ਨਹੀਂ ਆਉਂਦੀ, ਮੈਂ ਕੁਛ ਅਜਿਹੀ ਪੋਸਟ ਦੇਖ ਲਈ ਜਿਸਨੇ ਮੈਨੂੰ ਡਿਸਰਪਟ ਕਰ ਦਿੱਤਾ ਨਾਰਮਲ ਰੂਟੀਨ ਤੋਂ ਵੀ, ਜੀ ਕਿ ਮੈਂ ਨਾਰਮਲ ਕੰਮਕਾਰ ਕਰਦਿਆਂ ਵੀ ਉਸੇ ਵਿੱਚ ਮਨ ਅੜਿਆ ਰਿਹਾ ਕਿ ਮੈਨੂੰ ਉਹ ਫਲਾਣੀ ਚੀਜ਼ ਨੇ ਬਹੁਤ ਘਬਰਾਹਟ ਪੈਦਾ ਕਰ ਦਿੱਤੀ, ਮੇਰੀ ਅੱਜ ਭੁੱਖ ਵੀ ਮਰਦੀ ਲੱਗਦੀ ਹੈ, ਸਾਰੀ ਰਾਤ ਪਾਸੇ ਲੈਂਦੇ ਰਹੇ, ਸੌ ਨਹੀਂ ਸਕਿਆ। ਸੋ ਇਸ ਤਰੀਕੇ ਦੀ ਨਾਰਮਲ ਲਾਈਫ ਦੀ ਡਿਸਰਪਸ਼ਨ ਸ਼ੁਰੂ ਹੋ ਜਾਏ ਤਾਂ ਸਟੇਜ 3 ਤੇ ਪਹੁੰਚ ਜਾਂਦੇ ਹੋ ਕਿ ਇਹ ਸੋਸ਼ਲ ਮੀਡੀਆ ਹੁਣ ਤੁਹਾਨੂੰ ਜਕੜ ਰਿਹਾ ਜੇ, ਮਜਬੂਰ ਕਰ ਰਿਹਾ ਜੇ। ਇਹੀ ਸਟੇਜ ਹੈ ਜਿੱਥੇ ਤੁਸੀਂ ਡਰੱਗ ਐਡਿਕਸ਼ਨ ਵੱਲ ਪੈਂਦੇ ਹੋ ਕਿ ਮੈਨੂੰ ਕਿਸੇ ਤਰੀਕੇ ਸ਼ਾਂਤ ਕਰਨ ਲਈ ਨੀਂਦਰ ਦੀਆਂ ਗੋਲੀਆਂ ਦਿਓ, ਸ਼ਰਾਬ ਦੇ ਦਿਓ, ਮੈਂ ਨਸ਼ੇ ਚ ਟੁੰਨ ਹੋ ਜਾਵਾਂ, ਯਾਨੀ ਕਿਸੇ ਤਰੀਕੇ ਉਸ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਵਿੱਚ, ਪਰ ਤੁਸੀਂ ਆਲਰੇਡੀ ਐਡਿਕਟਡ ਹੋ। ਜੀ ਉਸ ਤੋਂ ਅੱਗੇ 4 ਤੇ 5 ਤੁਹਾਨੂੰ ਹੱਥ ਪੈਰ ਕੰਬਣ ਲੱਗ ਜਾਣੇ, ਉਹ ਫਿਰ ਬਿਮਾਰੀ ਦੀ ਲੈਵਲ ਆ ਜਾਂਦੀ ਹੈ। ਤੇ 5ਵੀਂ ਸਟੇਜ ਤਾਂ ਤੁਸੀਂ ਪ੍ਰੋਪਰ ਤਰੀਕੇ ਯਾਨੀ ਇੱਕ ਤਰੀਕੇ ਮਾਨਸਿਕ ਰੋਗੀ ਹੋ, ਨਾਰਮਲ ਲਾਈਫ 'ਚ ਤੁਸੀਂ ਤੁਰਨ ਫਿਰਨ ਜੋਗੇ ਵੀ ਨਹੀਂ, ਉਹ ਸਟੇਜ ਤੇ ਪਹੁੰਚ ਜਾਂਦੇ ਹੋ। ਤਾਂ ਅਸੀਂ ਜਿਵੇਂ ਮੈਂ ਦੱਸਿਆ ਆਲਰੇਡੀ ਵੀ ਆਰ ਇਨ ਸਟੇਜ 1, ਅਸੀਂ ਸਾਰੇ ਹੀ ਬੈਠੇ ਹਾਂ, ਕਿਉਂਕਿ ਕਿਸੇ ਨੂੰ ਵੀ ਇਹ ਹੁੰਦਾ ਹੀ ਹੈ ਕਿ ਭਾਈ ਹੁਣ, ਕਿਉਂਕਿ ਉਹ ਸਾਨੂੰ ਹੀ ਕਈ ਵਾਰ ਨਹੀਂ ਸਮਝ ਆਉਂਦੀ ਵੀ ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਵੀ ਭਾਈ ਆਫਿਸ ਦੇ ਵਿੱਚ ਅਰਜੈਂਟ ਮੈਸੇजेस ਆਣੇ ਨੇ ਸਾਡੇ ਗਰੁੱਪ ਤੇ ਉਹ ਕਿਸੇ ਵੇਲੇ ਕੋਈ ਅਰਜੈਂਟ ਐਕਸੀਡੈਂਟ ਹੋ ਗਿਆ, ਕੋਈ
ਇੰਪੋਰਟੈਂਟ ਵੀ ਆ ਸਵੇਰੇ ਟੀਮ ਆਣੀ ਜੇ ਉਹਦੀ ਚੈਕਿੰਗ ਹੋਣੀ ਹੈ, ਕੁਝ ਵੀ ਇਹੋ ਜਿਹੀ ਚੀਜ਼ ਜੀ ਜੋ ਤੁਹਾਨੂੰ ਬਦੋ ਬਦੀ ਇੱਕ ਟੀਮ ਹੋਈ ਤੇ ਉਹਨੂੰ ਚੁੱਕ ਕੇ ਭਾਈ ਕੀ ਹੋ ਗਿਆ, ਕੁਝ ਪ੍ਰੋਬਲਮ ਤਾਂ ਨਹੀਂ, ਉਹ ਅਸੀਂ ਤਾਂ ਆਲਰੇਡੀ ਸਟੇਜ 1 ਚ ਆ। ਉਹ ਸਾਨੂੰ ਬਲਕਿ ਬਹੁਤ ਜਿਹੜੇ 2 ਚ ਵੀ ਨੇ ਉਹ ਦਿਲ ਦੀ ਧੜਕਣ ਵੀ ਮਿਸ ਹੁੰਦੀ ਜਾਪਦੀ ਜੇ ਵੀ ਕੀ ਹੋ ਗਿਆ ਇਸ ਵੇਲੇ। ਸੋ ਉਹ ਚੀਜ਼ਾਂ ਤੋਂ ਅਸੀਂ ਜੇ ਰੋਕ ਲਈਏ ਸਟੇਜ 3 ਤੱਕ ਰਿਵਰਸੀਬਲ ਹੈ ਸਭ ਕੁਝ, ਪਰ ਉਸ ਤੋਂ ਅਗਾਂਹ ਜੀ ਅਸੀਂ ਇਰਰਿਵਰਸੀਬਲ ਡੈਮੇਜ ਵੱਲ ਤੁਰ ਜਾਂਦੇ ਹਾਂ, ਜੋ ਕਿ ਧੜਾ ਧੜ ਕੇਸ ਆ ਰਹੇ ਨੇ। ਜਿਵੇਂ ਮੈਂ ਦੱਸਿਆ ਕਿ ਇੱਕ ਅਡਿਕਸ਼ਨ ਹੋ ਜਾਣੀ ਕਿ ਮੈਂ ਰੇਪ ਕਰਨਾ ਹੀ ਕਰਨਾ, ਅਡਿਕਸ਼ਨ ਹੋਣ ਲੱਗ ਜਾਣੀ ਮੈਂ ਲੁੱਟ ਖੋਹ ਕਰਨੀ ਹੈ, ਮੈਂ ਡਰੱਗਸ ਲੈਣੀ ਹੈ, ਜੀ। ਇਹ ਜਿਹੜੀਆਂ ਚੀਜ਼ਾਂ ਵੱਲ ਤੁਰ ਜਾਂਦਾ ਇਹ ਇਰਰਿਪੇਅਰੇਬਲ ਡੈਮੇਜ ਹੋ ਜਾਂਦੀ ਹੈ। ਹੁਣ ਇਹਦੀ ਟ੍ਰੀਟਮੈਂਟ ਕਿਵੇਂ ਅਸੀਂ ਤੇ ਕਰੀਏ? ਅਸਲ ਤਾਂ ਆਪਾਂ ਟ੍ਰੀਟਮੈਂਟ ਹੀ, ਕਿਉਂਕਿ ਸਮਾਂ ਆਪਣੇ ਕੋਲੇ 8-9 ਮਿੰਟ ਹੀ ਰਹਿ ਗਿਆ, ਤੇ ਟ੍ਰੀਟਮੈਂਟ ਮੈਂ ਜ਼ਰੂਰ ਬਿਲਕੁਲ ਕਰੀਏ ਗੱਲ। ਮੈਂ ਉਸੇ ਦੀ ਗੱਲ ਕਰਦੀ ਹਾਂ ਕਿਉਂਕਿ ਯੂਨੀਵਰਸਿਟੀ ਆਫ ਟੈਕਸਸ ਨੇ ਇਹ ਜਿਹੜੀਆਂ ਟ੍ਰੀਟਮੈਂਟਸ ਦੱਸੀਆਂ ਨੇ ਸਭ ਤੋਂ ਵੱਧ ਐਕਸੈਪਟੇਬਲ ਨੇ, ਮੈਂ ਉਸੇ ਦੀ ਗੱਲ ਕਰਾਂਗੀ, ਬਾਕੀ ਨਹੀਂ ਕਰਾਂਗੀ। ਸੋ ਉਹਨਾਂ ਨੇ ਪਹਿਲੀ ਚੀਜ਼ ਕਹੀ ਹੈ ਕਿ ਪੇਰੈਂਟਸ ਨੂੰ ਐਗਜ਼ਾਮਪਲ ਸੈੱਟ ਕਰਨਾ ਪਏਗਾ ਜੀ ਕਿ ਉਹ ਆਪ ਪਹਿਲਾਂ ਤਾਂ ਇਸ ਐਡਿਕਸ਼ਨ ਤੋਂ ਪਰਾਂ ਹੋ ਕੇ ਬੱਚਿਆਂ ਨੂੰ ਦੱਸਣ ਵੀ ਭਾਈ ਅਸੀਂ ਵੀ ਫੋਨ ਬੰਦ ਕਰ ਸਕਦੇ ਹਾਂ, ਤੇ ਇਹਨੂੰ ਅਸੀਂ ਜਾਂ ਸਾਇਲੈਂਟ ਲਾਤਾ ਜਾਂ ਬੰਦ ਹੀ ਕਰਤਾ ਬੰਦ ਹੀ ਥੋੜੀ ਕਰਤਾ। ਦੇਰ ਐਰੋਪਲੇਨ ਮੋਡ ਤੇ ਉਹ ਟਾਈਮ ਨੇ ਜਦੋਂ ਅਸੀਂ ਖਾਣਾ ਖਾਣ ਬੈਠੇ ਆ ਤਾਂ ਜਿੰਨੇ ਵੀ ਨੇ 2 ਨੇ 4 ਨੇ ਆ ਪਿਆ ਫੋਨ ਐਰੋਪਲੇਨ ਮੋਡ ਤੇ। ਰੋਟੀ ਖਾਣ ਵੇਲੇ ਤੱਕ ਲਈ ਜਿਹੜੇ 10 ਮਿੰਟ ਹੈ ਕੋਈ ਨਹੀਂ ਢਹਿਣ ਲੱਗੀ ਛੱਤ ਤੇ ਅਸੀਂ ਆਪੋ ਵਿੱਚ ਗੱਲਬਾਤ ਕਰ ਲਈਏ, ਉਹ ਚੀਜ਼ ਪਹਿਲੀ ਤੇ ਇੰਪੋਰਟੈਂਟ ਹੈ ਕਿ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਸ਼ੁਰੂ ਕਰਨੀ। ਜੀ ਦੂਸਰੀ ਗੱਲ ਹੈ ਆਊਟਡੋਰ ਗੇਮਸ ਪ੍ਰਮੋਟ ਕਰਨੀਆਂ ਤਾਂ ਕਿ ਬੱਚਾ ਬੈਠ ਕੇ ਗੇਮਾਂ ਨਾਲੋਂ ਥੋੜਾ ਭੱਜ ਦੌੜ ਕੇ ਥੱਕ ਕੇ ਆਵੇ। ਰੈਗੂਲਰ ਐਕਸਰਸਾਈਜ਼ਸ ਵੱਲ ਪਾਓ ਜਿਹਦੇ ਵਿੱਚ ਫੋਨ ਕੰਨਾਂ ਨੂੰ ਟੁੰਨ ਕੇ ਨਹੀਂ ਜਾਣਾ, ਤੁਸੀਂ ਫੋਨ ਨੂੰ ਛੱਡ ਕੇ ਇੱਕ ਰਨਿੰਗ ਕਰ ਆਓ, ਜਾਂ ਤੁਸੀਂ ਸਵਿਮਿੰਗ ਲਈ ਜਾਣਾ ਹੈ, ਤੁਸੀਂ ਸਾਈਕਲਿੰਗ ਲਈ ਜਾਣਾ ਹੈ, ਤਾਂ ਉਸ ਸਮੇਂ ਰੱਬ ਦਾ ਵਾਸਤਾ ਜੇ ਫੋਨ ਬੰਦ ਕਰ ਲਵੋ, ਜੀ ਉਹਨਾਂ ਕੁ ਸਮਾਂ ਦੇ ਦਿਓ 1 ਘੰਟਾ। ਫਿਰ ਜ਼ਰੂਰੀ ਜੇ ਕਿ ਤੁਸੀਂ 5 ਡੇਜ਼ ਆ ਵੀਕ ਰੱਖੋ ਜਿਸ ਤੇ ਤੁਸੀਂ ਮਤਲਬ ਕੁਝ ਸਿਲੈਕਟਿਵ ਮੈਸੇजेस ਤੁਸੀਂ ਜਿਹੜੇ ਚੈੱਕ ਕਰਨੇ ਨੇ, ਬਾਕੀ 2 ਦਿਨ ਜੀ ਕੰਪਿਊਟਰ ਜਾਂ ਇੰਟਰਨੈਟ ਤੋਂ ਥੋੜੀ ਦੇਰ ਅਵੋਇਡੈਂਸ ਜੇ ਰੱਖੋਗੇ। ਜਿਵੇਂ ਹੁਣ ਰੂਟੀਨ ਬਣਾਉਣਾ ਸ਼ੁਰੂ ਕਰ ਦਿੱਤਾ, ਡਾਕਟਰਸ ਐਡਵਾਈਸ ਕਰਦੇ ਨੇ ਸੰਡੇ ਈਵਨਿੰਗ ਫੋਨਸ ਆਫ ਨੇ ਜੀ ਸਾਡੇ, ਸੋ ਉਹ ਚੀਜ਼ ਕਾਫੀ ਫਾਇਦਾ ਕਰਦੀ ਜੇ। ਇਸੇ ਤਰ੍ਹਾਂ ਇੱਕ ਹੋਰ ਬਹੁਤ ਅਹਿਮ ਮੁੱਦਾ ਜੋ ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ ਜੀ ਕਿ ਸੋਸ਼ਲ ਸਰਕਲ ਵਧਾਓ, ਫਰੈਂਡ ਸਰਕਲ ਵਧਾਓ, ਜਿੱਥੇ ਤੁਸੀਂ ਫੋਨ ਪਰਾਂ ਕਰਕੇ ਤੇ ਦੋਸਤ ਹਾਸੇ ਠੱਠੇ ਵਿੱਚ ਨੇ, ਘੁੰਮ ਰਹੇ ਨੇ, ਫਿਰ ਰਹੇ ਨੇ। ਉਹ ਜਿਹੜਾ ਤੁਸੀਂ ਹਫਤੇ 'ਚ 2 ਵਾਰ ਵੀ ਜੇ ਇਹੋ ਜੀ ਆਊਟਿੰਗ ਕਿਤੇ ਘੁੰਮ ਫਿਰ ਕੇ ਆਉਂਦੇ ਹੋ ਜਿੱਥੇ ਨੋ ਫੋਨਸ ਅਲਾਉਡ ਕਰਕੇ ਜਾਓਗੇ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਇੱਥੋਂ ਕਾਫੀ ਖੁੱਲ ਕੇ ਬਾਹਰ ਆਓਗੇ, ਜ਼ਿੰਦਗੀ ਜੀਣ ਵੱਲ ਨੂੰ ਤੁਰੋਗੇ। ਸੋ ਇਹ ਅਹਿਮ ਚੀਜ਼ਾਂ ਨੇ ਜਿਹੜੀਆਂ ਸਿਹਤ ਦਾ ਨਾਸ ਵੀ ਨਹੀਂ ਮਾਰਦੀਆਂ, ਕਿਉਂਕਿ ਬੈਠੇ ਰਹਿਣ ਨਾਲ ਸਾਡੀ ਰੀੜ੍ਹ ਦੀ ਹੱਡੀ ਵੀ, ਅਸੀਂ ਮੈਟਾਬੋਲਿਕ ਸਿੰਡਰੋਮ ਦੇ ਵੀ ਮਰੀਜ਼ ਬਣ ਰਹੇ ਹਾਂ, ਹਾਰਟ ਅਟੈਕਸ ਵੀ ਹੋ ਰਹੇ ਨੇ, ਡਾਇਬਟੀਜ਼ ਹੋ ਰਹੀ ਹੈ, ਹਾਈਪਰਟੈਂਸ਼ਨ ਹੋ ਰਹੀ ਹੈ, ਅੱਖਾਂ ਤੇ ਸਟ੍ਰੇਨ ਪੈ ਰਿਹਾ ਹੈ, ਹੱਥਾਂ ਤੇ ਲਗਾਤਾਰ ਉਂਗਲਾਂ ਚਲਾਉਣ ਨਾਲ ਉਹ ਵੀ ਅਸੀਂ ਕੇਸਿਸ ਦੇਖ ਰਹੇ ਹਾਂ ਕਿਵੇਂ ਐਲਬੋ ਜੁਆਇੰਟ ਵੀ, ਉਂਗਲਾਂ ਵੀ ਸਾਰੀਆਂ ਡੈਮੇਜ ਹੋ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਤੋਂ ਜੇ ਬਚਾਅ ਰੱਖਣਾ ਤਾਂ ਇਹ ਅਹਿਮ ਮੁੱਦੇ ਜੋ ਟ੍ਰੀਟਮੈਂਟ ਦੇ ਨੇ ਸਾਨੂੰ ਜ਼ਰੂਰ ਅਜ਼ਮਾਉਣੇ ਚਾਹੀਦੇ ਨੇ। ਪਰ ਇੱਕ ਲਾਸਟ ਬਹੁਤ ਜ਼ਰੂਰੀ ਕਿ ਜੇ ਅਸੀਂ ਆਪਣੇ ਬੱਚਿਆਂ ਦਾ ਨਹੀਂ ਰੈਗੂਲਰ ਚੈੱਕ ਰੱਖਦੇ ਤਾਂ ਉਹ ਚੱਲੇ ਜੇ ਤੁਹਾਡੇ ਹੱਥੋਂ, ਕਿਉਂਕਿ ਜੇ ਉਹ ਪੌਰਨ ਅਡਿਕਟ ਹੋ ਗਿਆ ਜਾਂ ਉਹ ਡਰੱਗ ਅਡਿਕਟ ਬਣ ਗਿਆ। ਗੱਲ ਤਾਂ ਜੀ ਐਡਿਕਸ਼ਨ ਤਾਂ ਕਿਸੇ ਵੀ ਚੀਜ਼ ਦੀ ਮਾੜੀ ਹੈ ਜੀ, ਮੈਂ ਤਾਂ ਕਹਿੰਦਾ ਵੀ ਜੋ ਮਰਜ਼ੀ ਲੈ ਲਓ, ਐਡਿਕਸ਼ਨ ਹਰ ਚੀਜ਼ ਦੀ ਮਾੜੀ ਹੈ। ਪਰ ਜਿਹੜੀ ਡਰੱਗ ਅਡਿਕਸ਼ਨ ਜੇ ਉੱਥੋਂ ਬੱਚਾ ਬਾਹਰ ਨਹੀਂ ਆ ਰਿਹਾ, ਇਹ ਬਹੁਤ ਅਹਿਮ ਹੈ। ਦੇਖੋ ਕਿ ਬੱਚਾ ਵਾਕਈ ਸਟੱਡੀ ਕਰ ਰਿਹਾ, ਸੇਮ ਪੇਜ ਤੇ ਤਾਂ ਨਹੀਂ ਬੈਠਾ। ਇਹ ਚੈੱਕ ਜੇ ਮਾਪੇ ਰੈਗੂਲਰ ਰੱਖ ਸਕਣ ਤਾਂ ਜਿਹੜੀ ਉਹ ਵੇਵਸ ਤੋਂ ਸ਼ੁਰੂ ਹੁੰਦੀ ਜੇ ਅਡਿਕਸ਼ਨ ਜੋ ਦਿੰਦੇ ਨੇ, ਉਹਨਾਂ ਤੋਂ ਜ਼ਰੂਰ ਬਚਾਅ ਹੋ ਸਕੇਗਾ। ਪਰ ਦੂਸਰੀ ਜਿਵੇਂ ਤੁਸੀਂ ਇਹ ਗੱਲ ਆਖੀ, ਜਿਹੜੀ ਫੇਕ ਆਈਡੀਜ਼ ਦੇ ਉਸ ਤੋਂ ਇਲਾਵਾ ਇੱਕ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਗੱਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਕਰਦਾ, ਮੈਂ ਹੈਰਾਨ ਹੈ ਕਿ ਹਰ ਬੰਦੇ ਨੂੰ ਇੱਕ ਪੱਤਰਕਾਰ ਜਿਹੜਾ ਕਹਿਣ ਲੱਗ ਪਏ ਨਾ, ਵੀ ਜਿਹਨੇ ਸੋਸ਼ਲ ਕੰਟੈਂਟ ਕ੍ਰੀਏਟਰ ਦੀ ਥਾਂ ਤੇ ਜਿਹੜਾ ਪੱਤਰਕਾਰ ਵਰਡ ਯੂਜ਼ ਹੋਣ ਲੱਗ ਪਿਆ, ਉਹਨੇ ਵੀ ਸਾਡਾ ਬਹੁਤ ਨੁਕਸਾਨ ਕੀਤਾ ਜੀ।
ਬਿਲਕੁਲ ਜੀ, ਕਿਉਂਕਿ ਜਿਸ ਤਰੀਕੇ ਇਹ ਝੂਠੇ ਪੱਤਰਕਾਰ ਬਣ ਕੇ ਬਲੈਕਮੇਲਿੰਗ ਜੋ ਹੋ ਰਹੀ ਹੈ ਨਾ, ਜੀ ਉਹ ਸਿਖਰਾਂ ਤੇ ਹੈ ਇਸ ਵੇਲੇ। ਤੁਸੀਂ ਮੈਂ ਬਾਕੀਆਂ ਤੇ ਤਾਂ ਜਾਣਦੀ ਹੋਈ ਨਹੀਂ, ਮੈਂ ਤੁਹਾਨੂੰ ਆਪਣੀ ਹੀ ਗੱਲ, ਮੈਨੂੰ ਵੀ ਮਤਲਬ ਇਸ ਤਰ੍ਹਾਂ ਦੇ ਬੰਦੇ ਨੇ, ਇੱਕ ਨੇ ਜਿਹੜਾ ਕਿ ਫੇਕ ਆਪਣੇ ਨਾਲ ਜੀ ਅਸੀਂ ਇਹ ਕੇਸ ਚੱਕ ਰਹੇ ਹਾਂ ਜੀ, ਜੀ ਫਲਾਣਾ ਚੱਕ ਰਹੇ ਹਾਂ, ਅਸੀਂ ਇੱਕ ਬੇਟੀ ਦੀ ਏਦਾਂ ਦੀ ਫੜੀ ਹੈ, ਜੇ ਤੁਸੀਂ ਫਲਾਣੇ ਇੰਨੇ ਪੈਸੇ ਦੇ ਦਿਓ ਤੇ ਅਸੀਂ ਉਹਦੀ ਅਪਲੋਡ ਨਹੀਂ ਕਰਾਂਗੇ ਤਾਂ ਨਹੀਂ, ਅਸੀਂ ਇੱਕ ਕੁੜੀ ਬਦਨਾਮ ਕਰ ਦਿਆਂਗੇ, ਉਹਨੂੰ ਚੜਾ ਰਹੇ ਹਾਂ। ਇਸ ਤਰੀਕੇ ਦੀ ਬੇਹੂਦਗੀ ਸਾਹਮਣੇ ਆ ਚੁੱਕੀ ਹੈ ਉਹਦੀ। ਮੈਂ ਦੱਸ ਦਿਆਂ ਕਿ ਰਿਪੋਰਟ ਵੀ ਕੀਤਾ ਸੀ ਉਹ ਕੇਸ, ਫਿਰ ਉਹ ਫੜਿਆ ਵੀ ਗਿਆ ਬੰਦਾ, ਮਾਫੀਆਂ ਵੀ ਮੰਗ ਗਿਆ, ਪਰ ਇਹ ਤਾਂ ਇੱਕ ਸਿੰਗਲ ਕੇਸ ਹੈ ਜਿਹਦੇ ਲਈ ਸਾਈਬਰ ਸੈੱਲ ਵੀ ਬਣਿਆ, ਤੁਸੀਂ ਉਹਦੀ ਸਾਰਾ ਕੁਝ ਉੱਥੇ ਤੱਕ ਪਹੁੰਚ ਕਰ ਸਕਦੇ ਹੋ। ਪਰ ਭਾਜੀ ਅਸਲ ਅਸੀਂ ਦੇਖੀਏ ਹਾਲਾਤ, ਕਿੰਨੇ ਕੁ ਜਣਿਆਂ ਦੀ ਸੁਣਵਾਈ ਹੁੰਦੀ ਹੈ ਸਾਈਬਰ ਸੈੱਲ 'ਚ, ਕਿਉਂਕਿ ਇਹ ਜਿਹੜਾ ਸਾਈਬਰ ਕ੍ਰਾਈਮ ਤਾਂ ਦਿਨੋਂ ਦਿਨ ਛਾਪੇ ਮਾਰਦਾ, ਕਿਵੇਂ ਬੈਂਕਾਂ ਵਿੱਚੋਂ ਪੈਸੇ ਕਢਾ ਰਹੇ ਨੇ, ਕਿਵੇਂ ਸਾਨੂੰ ਸਭ ਨੂੰ ਧੋਖੇ ਦੇ ਵਿੱਚ ਅੜਾ ਰਹੇ ਨੇ। ਸੋ ਬਹੁਤ ਸਾਰੇ ਢੰਗ ਤਰੀਕੇ ਇਹ ਲੱਭੀ ਬੈਠੇ ਨੇ, ਹੈਕਿੰਗ ਹੁੰਦੀ ਜੇ ਸਾਰਿਆਂ ਦੀਆਂ ਅਕਾਊਂਟਸ ਦੀ। ਸੋ ਇਹ ਜਿਹੜੀ ਚੀਜ਼ ਹੈ ਬਹੁਤ ਇਸ ਵੇਲੇ ਸਾਨੂੰ ਖਰਾਬ ਕਰ ਰਹੀ ਹੈ, ਇਹਦੇ ਤੋਂ ਬਚਣ ਦੀ ਲੋੜ ਹੈ। ਪਰ ਉਹ ਤਾਂ ਹੀ ਹੋਏਗਾ ਜੇ ਸਾਨੂੰ ਸਮਝ ਹੋਵੇ ਵੀ ਇਹ ਹਰ ਚੀਜ਼ ਜੋ ਇੰਟਰਨੈਟ ਤੇ ਪਰੋਸੀ ਜਾਂਦੀ ਹੈ ਸਹੀ ਨਹੀਂ ਹੁੰਦੀ, ਬਹੁਤ ਕੁਝ ਧੋਖਾ, ਬਹੁਤ ਕੁਝ ਝੂਠ ਹੁੰਦਾ। ਜਿਸ ਦਿਨ ਇਹ ਅਸੀਂ ਸਮਝ ਲਵਾਂਗੇ ਉਸ ਦਿਨ ਅਸੀਂ ਭੜਕਾਏ ਵੀ ਨਹੀਂ ਜਾਵਾਂਗੇ, ਰਾਈਟਸ ਦਾ ਹਿੱਸਾ ਵੀ ਨਹੀਂ ਹੋਵਾਂਗੇ, ਤੇ ਅਸੀਂ ਆਪਣੀ ਆਤਮਿਕ ਸ਼ਾਂਤੀ ਵੀ ਭੰਗ ਨਹੀਂ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ, ਧੰਨਵਾਦ, ਬਹੁਤ ਧੰਨਵਾਦ ਭਾਜੀ। ਸੋ ਪ੍ਰੋਗਰਾਮ ਸ਼ਮਾਦਾਨ ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਤੁਸੀਂ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਕਮੈਂਟ ਕਰ ਦਿਓ। ਬਾਕੀ ਕਈ ਵੀਰਾਂ ਦੀਆਂ ਫੋਨ ਕਾਲਸ ਆਈਆਂ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਆਪਾਂ ਇੱਕ ਟੌਪਿਕ ਬੇਸਡ ਹੀ ਘੱਟੋ ਘੱਟ ਲਾਸਟ 1 ਘੰਟਾ ਰੱਖੀਏ ਜਿਹਦੇ ਉੱਤੇ ਤੁਹਾਡੀਆਂ ਕਾਲਸ ਲਈਆਂ ਜਾਣ। ਉਹ ਮੈਨੂੰ ਡੇ ਦੱਸ ਦਿਓ, ਕਿਉਂਕਿ ਜਿਹੜੇ ਵੀਰ ਫੋਨ ਕਾਲਸ ਕਰਨੀਆਂ ਚਾਹੁੰਦੇ ਨੇ ਉਸ ਟੌਪਿਕ ਦੇ ਉੱਤੇ ਵਿਚਾਰ ਦੇਣਾ ਚਾਹੁੰਦੇ ਆ ਅਤੇ ਉਹਦੇ ਉੱਤੇ ਆਪਾਂ ਵਰਕਆਊਟ ਕਰੀਏ। ਸੋ ਮੈਨੂੰ ਸਵਰਨ ਸਿੰਘ ਦਾਨੇਵਾਲੀਆ ਨੂੰ ਦਿਓ ਜੀ ਫਿਲਹਾਲ ਇਜਾਜ਼ਤ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਹਿਣਗੇ, ਤੁਸੀਂ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਹੀ ਤੁਸੀਂ ਰੇਡੀਓ ਪੰਜਾਬ ਟੁਡੇ ਦੀ ਐਪ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ, ਜਿੰਨਾ ਹੋ ਸਕਦਾ ਉਨਾ ਕਰੋ ਪਲੀਜ਼। ਸੋ ਮੈਨੂੰ ਇਜਾਜ਼ਤ ਦਿਓ ਜੀ, ਸ਼ੁਕਰੀਆ, ਮਿਹਰਬਾਨੀ।